ਅਵਨ ਕੁਮਾਰ ਜੀ ਤੁਸੀਂ ਇਸ ਸਮੇਂ ਪਿੰਡ ਦੇ ਜਿਹੜੇ ਆ ਸਾਬਕਾ ਸਰਪੰਚ ਵੀ ਰਹਿ ਚੁੱਕੇ ਹੋ। ਹੁਣ ਵੀ ਤੁਸੀਂ ਇਹ ਕੰਮ ਜਿਹੜਾ ਆ ਸਰਪੰਚੀ ਦਾ ਸੰਭਾਲ ਰਹੇ ਹੋ। ਇਨਸਾਨ ਬਾਰੇ ਤੁਸੀਂ ਬੀਤੇ ਦਿਨੀ ਸਾਨੂੰ ਦੱਸਿਆ ਕਿ ਕਿਹੋ ਜਿਹਾ ਇਨਸਾਨ ਸੀਗਾ, ਨਸ਼ੇ ਕਰਦਾ ਸੀਗਾ ਜਾਂ ਚੋਰੀ ਕਰਦਾ ਸੀਗਾ। परंतु की लगता है कि वो ਸਿੰਘੂ ਬਾਰਡਰ ਦੇ ਉੱਪਰ किस तरीके नाल पहुँच गया? ਤੁਸੀਂ कुछ जांच ਦਾ विषय भी ਇਹਦੇ ਵਿੱਚ ਰੱਖਿਆ है कि ਇਹਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ। ਜਿਹੜੀ ਇਹਦੀ ਰੀਅਲ ਮਦਰ ਸੀਗੀ ਮਨਜੀਤ ਕੌਰ, ਉਹ ਮੈਂਟਲੀ ਅਪਸੈਟ ਹੋਣ ਕਰਕੇ ਘਰੋਂ ਗਏ ਤੇ ਵਾਪਸ ਉਹ ਆਪਣੇ ਘਰ ਨਹੀਂ ਆਏ। ਬੇਸਿਕਲੀ ਹਰਨਾਮ ਸਿੰਘ ਫੌਜੀ ਦੇ ਸਾਲੇ ਦਾ ਬੇਟਾ ਬੇਟੀ ਆਏ। ਇਹ ਹਰਨਾਮ ਸਿੰਘ ਫੌਜੀ ਦਾ ਰੀਅਲ ਬੇਟਾ ਬੇਟੀ ਨਹੀਂ ਆ। ਇਹਨਾਂ ਨੇ ਅਡਾਪਟ ਕੀਤਾ ਸੀ। ਕਿਉਂ ਕੀਤਾ ਸੀ ਕਿ ਉਹਦਾ ਪਾਲਣ ਪੋਸ਼ਣ ਕਰਨ ਵਾਸਤੇ ਕਲਸ ਪਿੰਡ ਦੇ ਵਿੱਚ ਉਹਦਾ ਫਾਦਰ ਜਿਹੜਾ ਉਹ ਇਸ ਸਥਿਤੀ 'ਚ ਨਹੀਂ ਸੀ ਤੇ ਹਰਨਾਮ ਸਿੰਘ ਜਿਹੜਾ ਫੌਜ 'ਚੋਂ ਰਿਟਾਇਰ ਹੋਇਆ ਸੀ ਤੇ ਇਹਦਾ ਆਪਣਾ ਬੇਬੀ ਕੋਈ ਨਹੀਂ ਸੀ। ਉਹਦੇ ਕਰਕੇ ਇਹਨੇ ਆਪਣੇ ਪਿੰਡ ਲੈ ਆਏ। ਦੈਨ ਜਦੋਂ ਇਹ ਬੰਦਾ ਪਿੰਡ ਸੀਗਾ ਉਸ ਬੰਦੇ ਨੇ ਇਹਨੂੰ ਪੜ੍ਹਾਇਆ ਜਿੰਨੀ ਕੁ ਉਹਦੀ ਹੈਸੀਅਤ ਸੀਗੀ, ਪਰ ਲੇਕਿਨ ਘਰ ਦੇ ਹਾਲਾਤਾਂ ਨੇ ਜਾਂ ਇਸ ਬੰਦੇ ਦੀਆਂ ਆਦਤਾਂ ਨੇ ਇਸ ਬੰਦੇ ਨੂੰ ਨਸ਼ੇ ਵਾਲੇ ਪਾਸੇ ਨੂੰ ਲੈ ਗਿਆ। ਇਹ ਬੰਦਾ ਨਸ਼ੇ ਵਾਲੇ ਪਾਸੇ ਨੂੰ ਜਾਈ ਜਾ ਰਿਹਾ। ਈਵਨ ਇਹਦੀ ਵਾਈਫ ਨੇ ਜਾਂ ਇਹਦੇ ਬਾਕੀ ਪਰਿਵਾਰ ਦੇ ਦੀ ਸਿਸਟਰ ਨੇ ਮੈਨੂੰ ਜਦੋਂ ਵੀ ਕਹਿਣਾ, ਅਸੀਂ ਇਸ ਬੰਦੇ ਨੂੰ ਦਾਖਲ ਵੀ ਕਰਵਾਇਆ। ਦਾਖਲ ਕਰਵਾਉਣ ਤੋਂ ਬਾਅਦ 'ਚ ਇਹਨੂੰ ਆਪ ਵੀ ਸਮਝਾਉਂਦੇ ਰਹੇ, ਪਰ ਇਹ ਬੰਦਾ ਉਸ ਦੁਨੀਆ 'ਚੋਂ ਵਾਪਸ ਨਹੀਂ ਆਇਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਇਹ ਬੰਦਾ 12 ਤਰੀਕ ਨੂੰ ਇਹ ਬੰਦਾ ਪਿੰਡ ਸੀਗਾ ਤੇ ਕੁਝ ਦਿਨ ਪਹਿਲਾਂ ਆਪਣੀ ਸਿਸਟਰ ਨੂੰ ਇਹ ਕਹਿ ਰਿਹਾ, ਮੇਬੀ 10-11 ਤਰੀਕ ਦੇ ਨੇੜੇ ਤੇੜ ਆਪਣੀ ਸਿਸਟਰ ਨੂੰ ਕਹਿ ਰਿਹਾ ਕਿ ਮੈਨੂੰ 50 ਰੁਪਏ ਦੇ ਤੇ ਮੈਂ ਆੜ੍ਹ ਤੇ ਕੰਮ ਕਰਨ ਲਈ ਜਾਣਾ। ਆੜ੍ਹ ਤੇ ਮਤਲਬ ਮਿਹਨਤ ਮਜ਼ਦੂਰੀ ਕਰਨ ਲਈ ਮੈਂ ਜਾਣਾ। ਹੁਣ ਇੱਕ ਗੱਲ ਸੋਚਣ ਵਾਲੀ ਆ ਕਿ ਜਿਸ ਕੋਲ ਫਾਈਨੈਂਸ਼ਲੀ ਸੈਟਅਪ ਇਦਾਂ ਦਾ ਨਹੀਂ ਸੀ ਹੈਗਾ ਕਿ ਉਹ ਬੰਦਾ 50 ਰੁਪਏ, ਜੇ ਆਪਾਂ ਮੋਸਟਲੀ ਗੱਲ ਕਰੀਏ ਕਿ ਚੀਮੇ ਤੋਂ ਤਰਨਤਾਰਨ ਜਾਣਾ ਹੋਵੇ ਤਾਂ ਮੇਰੇ ਖਿਆਲ ਨਾਲ ਸ਼ਾਇਦ 50 ਰੁਪਏ ਕਿਰਾਇਆ ਲੱਗਦਾ ਹੋਊਗਾ ਜੇ ਬਾਈ ਬੱਸ ਤੁਸੀਂ ਜਾਣਾ ਹੋਊ। ਤੇ ਇਹ ਬੰਦਾ ਸਿੰਘੂ ਬਾਰਡਰ ਕਿਵੇਂ ਪਹੁੰਚ ਗਿਆ? ਲਖਬੀਰ ਸਿੰਘ ਜਿਸ ਦਾ ਘਟਨਾ ਜਿਹੜੀ ਹੈ ਵਾਪਰੀ ਹੈਗੀ ਸਿੰਘੂ ਬਾਰਡਰ ਦੇ ਉੱਪਰ, ਪਿੰਡ ਚੀਮਾ ਦਾ ਰਹਿਣ ਵਾਲਾ ਸੀਗਾ। ਘਟਨਾ ਕੀ ਵਾਪਰੀ ਹੈ ਸਾਰੇ ਹੀ ਜਾਣਦੇ ਨੇ ਕਿ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਹੈ। ਉਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਉੱਥੇ ਜੋ ਵੀ ਕਾਰਵਾਈ ਹੋਈ ਹੈ, ਅਸੀਂ ਲਖਬੀਰ ਸਿੰਘ ਦੇ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸਾਹਿਬ ਨੇ ਉਹਨਾਂ ਦੇ ਨਾਲ ਮੌਜੂਦ ਹਾਂ ਅਤੇ ਹੁਣ ਦਾ ਕੰਮ ਵੀ ਉਹੀ ਸੰਭਾਲਦੇ ਨੇ ਸਰਪੰਚੀ ਦਾ। ਸੋ ਪਿੰਡ ਦੇ ਵਿੱਚ ਕਿਹੋ ਜਿਹਾ ਬੰਦਾ ਸੀਗਾ, ਇਸ ਚੀਜ਼ ਅਸੀਂ ਤੁਹਾਨੂੰ ਬੀਤੇ ਦਿਨ ਹੀ ਦੱਸ ਚੁੱਕੇ ਹਾਂ ਕਿ ਪਿੰਡ ਦੇ ਵਿੱਚ ਕਿਹੋ ਜਿਹਾ ਉਹਨਾਂ ਦਾ ਨਾਮ ਲਖਬੀਰ ਸਿੰਘ ਦਾ ਸੀਗਾ। ਪਿੰਡ ਦੇ ਸਰਪੰਚ ਸਾਹਿਬ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਾਣਦੇ ਆ, ਕਿਉਂਕਿ ਕੁਛ ਜਾਂਚ ਕਰਨ ਦੀ ਮੰਗ ਜਿਹੜੀ ਆ ਉਹ ਵੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਕਿਉਂਕਿ ਉਹ ਇੱਕ ਇਹੋ ਜਿਹਾ ਇਨਸਾਨ ਸੀ ਕਿ ਜਿਹੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀਗਾ ਔਰ ਉਹਦੇ ਕੋਲੇ ਇੰਨੀ ਆਰਥਿਕ ਸਾਧਨ ਨਹੀਂ ਸੀਗੇ ਕਿ ਉਹ ਸਿੰਘੂ ਬਾਰਡਰ ਜਾ ਸਕਦਾ। ਸੋ ਕੁਝ ਇਨਵੈਸਟੀਗੇਸ਼ਨ ਦੀ ਜਿਹੜੀ ਮੰਗ ਕੀਤੀ ਹੈ ਉਹਦੇ ਤੇ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ KTV ਤੇ ਬਹੁਤ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ ਤੁਹਾਡਾ। ਅਵਨ ਕੁਮਾਰ ਜੀ ਤੁਸੀਂ ਇਸ ਸਮੇਂ ਪਿੰਡ ਦੇ ਜਿਹੜੇ ਆ ਸਾਬਕਾ ਸਰਪੰਚ ਵੀ ਰਹਿ ਚੁੱਕੇ ਹੋ। ਹੁਣ ਵੀ ਤੁਸੀਂ ਇਹ ਕੰਮ ਜਿਹੜਾ ਆ ਸਰਪੰਚੀ ਦਾ ਸੰਭਾਲ ਰਹੇ ਹੋ। ਇਨਸਾਨ ਬਾਰੇ ਤੁਸੀਂ ਬੀਤੇ ਦਿਨੀ ਸਾਨੂੰ ਦੱਸਿਆ ਕਿ ਕਿਹੋ ਜਿਹਾ ਇਨਸਾਨ ਸੀਗਾ, ਨਸ਼ੇ ਕਰਦਾ ਸੀਗਾ ਜਾਂ ਚੋਰੀ ਕਰਦਾ ਸੀਗਾ। ਪਰੰਤੂ ਕੀ ਲੱਗਦਾ ਹੈ ਕਿ ਉਹ ਸਿੰਘੂ ਬਾਰਡਰ ਦੇ ਉੱਪਰ ਕਿਸ ਤਰੀਕੇ ਨਾਲ ਪਹੁੰਚ ਗਿਆ? ਤੁਸੀਂ ਕੁਝ ਜਾਂਚ ਦਾ ਵਿਸ਼ਾ ਵੀ ਇਹਦੇ ਵਿੱਚ ਰੱਖਿਆ ਹੈ ਕਿ ਇਹਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹਣਾ ਕਿ ਇਹਦਾ ਨਾਮ ਸੀਗਾ ਲਖਬੀਰ ਸਿੰਘ ਟੀਟਾ ਜੀ। ਬੇਸਿਕਲੀ ਇਹਨਾਂ ਦਾ ਜਿਹੜਾ ਜੱਦੀ ਪਿੰਡ ਸੀਗਾ ਉਹ ਕਲਸ ਪਿੰਡ ਨੂੰ ਇਹ ਬੰਦਾ ਬਿਲੋਂਗ ਕਰਦਾ ਸੀਗਾ। ਇਹਦੇ ਫਾਦਰ ਦਾ ਨਾਮ ਦਰਸ਼ਨ ਸਿੰਘ ਔਰ ਮਾਤਾ ਦਾ ਨਾਮ ਮਨਜੀਤ ਕੌਰ ਸੀਗਾ ਜੀ। ਜਿਹੜੀ ਇਹਦੀ ਰੀਅਲ ਮਦਰ ਸੀਗੀ ਮਨਜੀਤ ਕੌਰ, ਉਹ ਮੈਂਟਲੀ ਅਪਸੈਟ ਹੋਣ ਕਰਕੇ ਘਰੋਂ ਗਏ ਤੇ ਵਾਪਸ ਉਹ ਆਪਣੇ ਘਰ ਨਹੀਂ ਆਏ। ਜਦੋਂ ਇਸ ਚੀਜ਼ ਦਾ ਹਰਨਾਮ ਸਿੰਘ ਫੌਜੀ, ਜੋ ਕਿ ਸਾਡੇ ਪਿੰਡ ਦੇ ਵਿੱਚੋਂ ਡਿਸਪਲਿਨ ਫੋਰਸ 'ਚੋਂ ਉਹ ਰਿਟਾਇਰ ਹੋ ਕੇ ਆਏ ਹਰਨਾਮ ਸਿੰਘ, ਉਹਨਾਂ ਨੇ ਦੇ ਰਿਲੇਸ਼ਨ ਸੀਗੇ, ਉਹਨਾਂ ਦਾ ਪਰਿਵਾਰਕ ਮਸਲਾ ਸੀਗਾ। ਉਹਨਾਂ ਨੇ ਇਸ ਲੜਕੇ ਨੂੰ ਜਿਹੜਾ ਲਖਬੀਰ ਸਿੰਘ ਔਰ ਇਹਦੀ ਸਿਸਟਰ ਨੂੰ ਦੋਨਾਂ ਨੂੰ ਅਡਾਪਟ ਕਰ ਲਿਆ ਔਰ ਸਾਡੇ ਪਿੰਡ ਚੀਮਾ ਕਲਾਂ ਲੈ ਕੇ ਆ ਗਏ। ਬੇਸਿਕਲੀ ਹਰਨਾਮ ਸਿੰਘ ਫੌਜੀ ਦੇ ਸਾਲੇ ਦਾ ਬੇਟਾ ਬੇਟੀ ਆਏ। ਇਹ ਹਰਨਾਮ ਸਿੰਘ ਫੌਜੀ ਦਾ ਰੀਅਲ ਬੇਟਾ ਬੇਟੀ ਨਹੀਂ ਆ। ਇਹਨਾਂ ਨੇ ਅਡਾਪਟ ਕੀਤਾ ਸੀ। ਕਿਉਂ ਕੀਤਾ ਸੀ ਕਿ ਉਹਦਾ ਪਾਲਣ ਪੋਸ਼ਣ ਕਰਨ ਵਾਸਤੇ ਕਲਸ ਪਿੰਡ ਦੇ ਵਿੱਚ ਉਹਦਾ ਫਾਦਰ ਜਿਹੜਾ ਉਹ ਇਸ ਸਥਿਤੀ 'ਚ ਨਹੀਂ ਸੀ ਤੇ ਹਰਨਾਮ ਸਿੰਘ ਜਿਹੜਾ ਫੌਜ 'ਚੋਂ ਰਿਟਾਇਰ ਹੋਇਆ ਸੀ ਤੇ ਇਹਦਾ ਆਪਣਾ ਬੇਬੀ ਕੋਈ ਨਹੀਂ ਸੀ। ਉਹਦੇ ਕਰਕੇ ਇਹਨੇ ਆਪਣੇ ਪਿੰਡ ਲੈ ਆਂਦੇ। ਦੈਨ ਜਦੋਂ ਇਹ ਬੰਦਾ ਪਿੰਡ ਸੀਗਾ ਉਸ ਬੰਦੇ ਨੇ ਇਹਨੂੰ ਪੜ੍ਹਾਇਆ ਜਿੰਨੀ ਕੁ ਉਹਦੀ ਹੈਸੀਅਤ ਸੀਗੀ, ਪਰ ਲੇਕਿਨ ਘਰ ਦੇ ਹਾਲਾਤਾਂ ਨੇ ਜਾਂ ਇਸ ਬੰਦੇ ਦੀਆਂ ਆਦਤਾਂ ਨੇ ਇਸ ਬੰਦੇ ਨੂੰ ਨਸ਼ੇ ਵਾਲੇ ਪਾਸੇ ਨੂੰ ਲੈ ਗਿਆ। ਇਹ ਬੰਦਾ ਨਸ਼ਈ ਹੋ ਗਿਆ। ਇਸ ਬੰਦੇ ਦੀ ਮੈਰਿਜ ਹੋਈ ਲੱਦੇਵਾਲ ਪਿੰਡ ਦੀ ਲੜਕੀ ਆ ਜਸਪ੍ਰੀਤ ਕੌਰ। ਉਹਦੇ ਵਿੱਚੋਂ 3 ਲੜਕੀਆਂ ਜਿਹੜੀਆਂ ਪੈਦਾ ਹੋਈਆਂ
ਤਾਨੀਆ, ਸੋਨੀਆ ਤੇ ਇੱਕ ਲੜਕੀ ਹੋਰ ਆ, ਇੱਕ ਦੀ ਉਮਰ 13 ਸਾਲ, ਇੱਕ ਦੀ 11 ਸਾਲ, ਇੱਕ ਦੀ 9 ਸਾਲ ਤੇ ਇੱਕ ਇਹਦੇ ਬੇਟੇ ਦੀ ਵੀ ਲਖਬੀਰ ਸਿੰਘ ਦੀ ਡੈਥ ਹੋ ਗਈ। ਇਸ ਤੋਂ ਬਾਅਦ ਜਿਹੜਾ ਇੱਥੋਂ ਵਾਲੀ ਫੈਮਿਲੀ ਸੀ ਇਹਦੀ ਚੀਮਾ ਕਲਾਂ ਵਾਲੀ, ਹਰਨਾਮ ਸਿੰਘ ਫੌਜੀ ਸਾਹਿਬ ਦੀ ਵੀ ਡੈਥ ਹੋ ਗਈ, ਉਹਦੀ ਮਦਰ ਦੀ ਵੀ ਡੈਥ ਹੋ ਗਈ ਤੇ ਇਸ ਬੰਦੇ ਨੂੰ ਕੋਈ ਪੁੱਛਣ ਵਾਲਾ ਘਰ 'ਚ ਕੋਈ ਨਹੀਂ ਰਹਿ ਗਿਆ। ਇਹ ਬੰਦਾ ਨਸ਼ੇ ਵਾਲੇ ਪਾਸੇ ਨੂੰ ਜਾਈ ਜਾ ਰਿਹਾ। ਈਵਨ ਇਹਦੀ ਵਾਈਫ ਨੇ ਜਾਂ ਇਹਦੇ ਬਾਕੀ ਪਰਿਵਾਰ ਦੇ ਦੀ ਸਿਸਟਰ ਨੇ ਮੈਨੂੰ ਜਦੋਂ ਵੀ ਕਹਿਣਾ, ਅਸੀਂ ਇਸ ਬੰਦੇ ਨੂੰ ਦਾਖਲ ਵੀ ਕਰਵਾਇਆ। ਦਾਖਲ ਕਰਵਾਉਣ ਤੋਂ ਬਾਅਦ 'ਚ ਇਹਨੂੰ ਆਪ ਵੀ ਸਮਝਾਉਂਦੇ ਰਹੇ, ਪਰ ਇਹ ਬੰਦਾ ਉਸ ਦੁਨੀਆ 'ਚੋਂ ਵਾਪਸ ਨਹੀਂ ਆਇਆ। ਹੁਣ ਜਦੋਂ ਆ ਇਨਸੀਡੈਂਟ ਹੋਇਆ ਤੇ ਸਾਨੂੰ ਸਵੇਰ ਵੀਡੀਓਜ਼ ਰਾਹੀਂ, ਸੋਸ਼ਲ ਮੀਡੀਆ ਰਾਹੀਂ ਸਾਡੇ ਕੋਲ ਮੈਸੇਜ ਪਹੁੰਚਣੇ ਸ਼ੁਰੂ ਹੋਏ ਕਿ ਆਹ ਦੇਖੋ ਬੰਦਾ ਤੁਹਾਡੇ ਪਿੰਡ ਦਾ ਜਾਂ ਕਿਵੇਂ ਆ। ਫਿਰ ਮੈਂ ਆਊਟ ਆਫ ਸਟੇਸ਼ਨ ਸੀਗਾ, ਮੈਨੂੰ ਪਤਾ ਲੱਗਾ ਤੇ ਜਦੋਂ ਮੈਂ ਸੋਸ਼ਲ ਮੀਡੀਆ ਦੇ ਥਰੂ ਸਾਰੀਆਂ ਗੱਲਾਂ ਤੋਂ ਪਤਾ ਲੱਗਾ ਤੇ ਮੈਂ ਨੋਨ ਹੀ ਸੀਗਾ ਮੇਰਾ, ਮੈਂ ਪਤਾ ਲੱਗ ਗਿਆ ਕਿ ਜੀ ਇਹ ਸਾਡੇ ਪਿੰਡ ਦਾ ਬੰਦਾ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਇਹ ਬੰਦਾ 12 ਤਰੀਕ ਨੂੰ ਇਹ ਬੰਦਾ ਪਿੰਡ ਸੀਗਾ ਤੇ ਕੁਝ ਦਿਨ ਪਹਿਲਾਂ ਆਪਣੀ ਸਿਸਟਰ ਨੂੰ ਇਹ ਕਹਿ ਰਿਹਾ, ਮੇਬੀ 10-11 ਤਰੀਕ ਦੇ ਨੇੜੇ ਤੇੜ ਆਪਣੀ ਸਿਸਟਰ ਨੂੰ ਕਹਿ ਰਿਹਾ ਕਿ ਮੈਨੂੰ 50 ਰੁਪਏ ਦੇ ਤੇ ਮੈਂ ਆੜ੍ਹ ਤੇ ਕੰਮ ਕਰਨ ਲਈ ਜਾਣਾ। ਆੜ੍ਹ ਤੇ ਮਤਲਬ ਮਿਹਨਤ ਮਜ਼ਦੂਰੀ ਕਰਨ ਲਈ ਮੈਂ ਜਾਣਾ। ਉਹਦੀ ਸਿਸਟਰ ਕੋਲ 50 ਰੁਪਏ ਘਰ ਨਹੀਂ ਸੀ ਹੈਗੇ ਤੇ ਉਹਨੇ ਨੇਬਰਸ ਕੋਲੋਂ 50 ਰੁਪਏ ਦੀ ਜਿਹੜੇ ਆ ਉਹ ਲੈ ਕੇ ਤੇ ਇਸ ਬੰਦੇ ਨੂੰ ਦਿੱਤੇ ਤੇ ਇਹ ਬੰਦਾ ਉਹ 50 ਰੁਪਏ ਲੈ ਕੇ ਮੁੜ ਵਾਪਸ ਆਪਣੇ ਘਰ ਨਹੀਂ ਆਇਆ। ਹੁਣ ਇੱਕ ਗੱਲ ਸੋਚਣ ਵਾਲੀ ਆ ਕਿ ਜਿਸ ਕੋਲ ਫਾਈਨੈਂਸ਼ਲੀ ਸੈਟਅਪ ਇਦਾਂ ਦਾ ਨਹੀਂ ਸੀ ਹੈਗਾ ਕਿ ਉਹ ਬੰਦਾ 50 ਰੁਪਏ, ਜੇ ਆਪਾਂ ਮੋਸਟਲੀ ਗੱਲ ਕਰੀਏ ਕਿ ਚੀਮੇ ਤੋਂ ਤਰਨਤਾਰਨ ਜਾਣਾ ਹੋਵੇ ਤੇ ਮੇਰੇ ਖਿਆਲ ਨਾਲ ਸ਼ਾਇਦ 50 ਰੁਪਏ ਕਿਰਾਇਆ ਲੱਗਦਾ ਹੋਊਗਾ ਜੇ ਬਾਈ ਬੱਸ ਤੁਸੀਂ ਜਾਣਾ ਹੋਊ, ਤੇ ਇਹ ਬੰਦਾ ਸਿੰਘੂ ਬਾਰਡਰ ਕਿਵੇਂ ਪਹੁੰਚ ਗਿਆ। ਜਿੱਥੋਂ ਤੱਕ ਰਹੀ ਗੱਲ ਉੱਥੇ ਜਾ ਕੇ ਬੇਅਦਬੀ ਕਰਨ ਦੀ, ਦੇਖੋ ਬਹੁਤ ਸ਼ਰਮਨਾਕ ਗੱਲ ਆ। ਅਸੀਂ ਕਿੰਨੀ ਦੇਰ ਤੋਂ ਅਸੀਂ ਇਨਸਾਫ ਮੰਗ ਰਹੇ ਹਾਂ, ਪੰਜਾਬ ਵਾਸੀ ਸਾਰਾ ਵਰਲਡ ਇਸ ਗੱਲ ਤੇ ਮਤਲਬ ਖਫਾ ਵਾ, ਪਾਰਟੀਆਂ ਤੇ ਖਫਾ ਵਾ, ਸਰਕਾਰਾਂ ਤੇ ਖਫਾ ਵਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਬੇਅਦਬੀਆਂ ਦਾ, ਉਹ ਸਾਨੂੰ ਜੋ ਅੱਜ ਤੱਕ ਨਹੀਂ ਮਿਲ ਸਕਿਆ। ਇਸ ਗੱਲ ਦਾ ਬੀਤੇ ਦਿਨੀ ਜਿਹੜਾ ਹੈ ਬਰਗਾੜੀ ਦਾ ਮੋਰਚਾ ਸੀਗਾ ਉਹਦੇ 6 ਸਾਲ ਪੂਰੇ ਹੋ ਚੁੱਕੇ ਨੇ ਔਰ ਮੋਰਚਾ ਜਿਹੜਾ ਸੀਗਾ ਉਹ ਲੱਗਿਆ ਸੀਗਾ ਬੇਅਦਬੀਆਂ ਦੀ ਘਟਨਾ ਤੋਂ ਬਾਅਦ, ਯਾਨੀ ਕਿ 6 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੈ, ਉਹਨੂੰ ਮਨਾਇਆ ਗਿਆ ਉਸ ਦਿਨ ਨੂੰ, ਉਹ ਅਜੇ ਤੱਕ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਜੀ। ਮਤਲਬ ਅਸੀਂ ਇਹ ਸਮਝਦੇ ਹਾਂ ਕਿ ਜੇ ਉੱਥੇ ਘਟਨਾ ਹੋਈ ਆ, ਵੇਖੋ ਮੈਂ ਉਹ ਇੱਕ ਇਨਵੈਸਟੀਗੇਟ ਦਾ ਪਾਰਟ ਹੈ, ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹ ਤਾਂ ਪੁਲਿਸ ਦੇਖੂਗੀ ਕਿ ਉੱਥੇ ਹੋਈ ਆ ਬੇਅਦਬੀ ਨਹੀਂ ਹੋਈ ਜਾਂ ਨਿਹੰਗ ਸਿੰਘ ਜਥੇਬੰਦੀਆਂ ਜਾਣਦੀਆਂ ਨੇ, ਮੈਂ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਪਰ ਜੇ ਉੱਥੇ ਬੇਅਦਬੀ ਹੋਈ ਆ ਤੇ ਬਹੁਤ ਮਾੜੀ ਘਟਨਾ ਹੋਈ ਆ। ਅਸੀਂ ਵੀ ਆਪਣੇ ਪਿੰਡ ਵਾਸੀ ਇਸ ਗੱਲ ਤੋਂ ਸ਼ਰਮਸਾਰ ਹਾਂ ਕਿ ਸਾਡੇ ਪਿੰਡ ਦਾ ਨਾਮ ਇਸ ਗੱਲ ਦੇ ਵਿੱਚ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਹਮੇਸ਼ਾ ਹੀ ਸਾਡਾ ਪਿੰਡ ਚੰਗੇ ਕੰਮਾਂ ਵਾਸਤੇ ਜਾਣਿਆ ਜਾਂਦਾ, ਚੰਗੇ ਲੋਕਾਂ ਵਾਸਤੇ ਜਾਣਿਆ ਜਾਂਦਾ। ਪਰ ਇਹ ਇਸ ਗੱਲ ਵਾਸਤੇ ਅਸੀਂ ਵੀ ਕਦੇ, ਮੇਰੀ ਪੰਚਾਇਤ ਜਾਂ ਸਾਡਾ ਨਗਰ ਵੀ, ਅਸੀਂ ਇਸ ਗੱਲ ਤੋਂ ਸ਼ਰਮਸਾਰ ਹੋਏ ਹਾਂ। ਹੁਣ ਰਹਿ ਗਈ ਗੱਲ ਕਿ ਇਸ ਬੰਦੇ ਨੂੰ ਇੱਥੋਂ ਕੌਣ ਬੰਦਾ ਲੈ ਕੇ ਗਿਆ। ਇਹ ਬੰਦਾ ਸਿੰਘੂ ਬਾਰਡਰ ਤੱਕ ਪਹੁੰਚਣ ਦੀ ਹੈਸੀਅਤ ਨਹੀਂ ਸੀ ਰੱਖਦਾ ਤੇ ਇਸ ਬੰਦੇ ਨੂੰ ਕੋਈ ਨਾ ਕੋਈ ਬੰਦਾ ਇੱਥੋਂ ਜ਼ਰੂਰ ਲੈ ਕੇ ਗਿਆ। ਤੀਸਰੀ ਗੱਲ ਰਹੀ ਜੋ ਮੇਰਾ ਨਿੱਜੀ ਵਿਚਾਰ ਆ ਜਾਂ ਜੋ ਸਾਡੇ ਪਿੰਡ ਵਾਸੀਆਂ ਦਾ ਵਿਚਾਰ ਆ ਕਿ ਇਹ ਕਿਸਾਨੀ ਅੰਦੋਲਨ ਜਿਹੜਾ ਵਾ, ਆਪਾਂ ਸਾਰੇ ਹੀ ਜਾਣਦੇ ਆ ਕਿ ਅਸੀਂ ਸਾਰੀ ਦੁਨੀਆ ਜਿਹੜੀ ਆ ਇਸ ਗੱਲ ਦੀ ਲੜਾਈ ਲੜ ਰਹੀ ਆ ਕਿ ਇਹ 3 ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਹੋਣੇ ਚਾਹੀਦੇ ਆ। ਅਸੀਂ ਇਹ ਸਮਝਦੇ ਹਾਂ ਕਿ ਇਸ ਬੰਦੇ ਨੂੰ ਵਰਤਿਆ ਗਿਆ, ਇਸ ਬੰਦੇ ਨੂੰ ਚਾਹੇ ਕੋਈ ਪੈਸਿਆਂ ਦਾ ਲਾਲਚ ਦਿੱਤਾ ਗਿਆ ਹੋਵੇ, ਚਾਹੇ ਇਸ ਬੰਦੇ ਨੂੰ ਕੋਈ ਮਤਲਬ ਨਸ਼ੇ ਦਾ ਲਾਲਚ ਦਿੱਤਾ ਗਿਆ ਹੋਵੇ ਜਾਂ ਐਵਰੀਥਿੰਗ, ਮੈਨੂੰ ਨਹੀਂ ਪਤਾ ਵੀ ਹੁਣ ਕੀ ਲਾਲਚ ਦਿੱਤਾ ਗਿਆ ਹੋਊਗਾ। ਪਰ ਮੈਂ ਇਹ ਜ਼ਰੂਰ ਸਮਝਦਾ ਕਿ ਇਹ ਸਾਨੂੰ ਬਦਨਾਮ ਕਰਨ ਦੀ ਇੱਕ ਸੋਚੀ ਸਮਝੀ ਜਿਹੜੀ ਆ ਸਾਜ਼ਿਸ਼ ਹੋ ਸਕਦੀ ਆ, ਜੋ ਮੇਰੇ ਨਿੱਜੀ ਵਿਚਾਰ ਨੇ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਸ ਬੰਦੇ ਨੂੰ ਲਿਜਾਇਆ ਗਿਆ ਵਾ। ਇਹ ਬੰਦਾ ਸਾਨੂੰ ਮਤਲਬ ਤੁਹਾਨੂੰ ਪਿੰਡ ਵਾਲਿਆਂ ਨੂੰ ਜਾਂ ਫਿਰ ਕਿਸਾਨ ਅੰਦੋਲਨ ਨੂੰ ਜਾਂ ਕਿਸ ਚੀਜ਼ ਨੂੰ? ਦੇਖੋ ਜੀ, ਇਹ ਮੈਂ ਤਾਂ ਇਸ ਗੱਲ ਲਈ ਬਿਲਕੁਲ ਕਲੀਅਰ ਕੱਟ ਲਫ਼ਜ਼ਾਂ 'ਚ ਕਹਿਣ ਲਈ ਤਿਆਰ ਹਾਂ ਕਿ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ, ਸਾਡੇ ਪਿੰਡ ਨੂੰ ਬਦਨਾਮ ਕਰਨ ਦੀ ਇਹ ਸਾਰੀ ਮਤਲਬ ਸਾਜ਼ਿਸ਼ ਰਚੀ ਗਈ ਆ। ਇਹ ਕਿੰਨੇ ਰਚੀ ਆ, ਇਸ ਚੀਜ਼ ਦੀ ਜ਼ਰੂਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਕਿਉਂਕਿ ਬੇਅਦਬੀਆਂ ਦਾ ਮੁੱਦਾ ਸੀਗਾ, ਉਹਦੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ, 2 ਮੁੱਦੇ ਬੜੇ ਇੰਪੋਰਟੈਂਟ ਸੀਗੇ ਪੰਜਾਬ ਦੇ ਵਿੱਚ ਚੱਲ ਰਹੇ। ਸੋ ਲੱਗਦਾ ਤੁਹਾਨੂੰ ਇਹ ਹੈ ਕਿ ਬੇਅਦਬੀਆਂ ਉੱਥੇ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਉਹਦੇ ਨਾਲ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਢਾਹ ਲੱਗਣੀ ਸੀ। ਬਿਲਕੁਲ ਲੱਗਣੀ ਸੀ ਜੀ।
ਦੇਖੋ ਇੱਕ ਬੰਨੇ ਤਾਂ ਅਸੀਂ ਸਾਰੇ ਹੀ ਸਾਡੀਆਂ ਜਥੇਬੰਦੀਆਂ ਸਾਡੇ ਕਿਸਾਨ ਭਾਈਚਾਰਾ ਸਾਰਾ ਉੱਥੇ ਬੈਠਾ ਵਾ, ਸਾਡੀਆਂ ਲੜਾਈਆਂ ਅਸੀਂ ਦੇਖੋ ਆਪਾਂ ਘਰ ਬੈਠੇ ਆ ਤਾਂ ਸਾਡੀ ਲੜਾਈ ਤੇ ਵਿਚਾਰੇ ਰਾਤ ਦਿਨੇ ਉੱਥੇ ਧੱਕੇ ਖਾ ਰਹੇ ਨੇ ਲੋਕ, ਉੱਥੇ ਬੈਠੇ ਨੇ ਤੰਬੂ ਲਾ ਕੇ ਬੈਠੇ ਨੇ, ਜਿਨ੍ਹਾਂ ਦੇ ਘਰ ਵਧੀਆ ਵਧੀਆ ਆਲੀਸ਼ਾਨ ਕੋਠੀਆਂ ਬਣੀਆਂ ਹੋਣਗੀਆਂ ਉਹ ਵੀ ਜਾ ਕੇ ਵਿਚਾਰੇ ਤੰਬੂਆਂ 'ਚ ਰਾਤਾਂ ਕੱਟਣ ਦੇ ਨੇ ਸਾਡੀਆਂ ਜ਼ਮੀਨਾਂ ਬਚਾਉਣ ਵਾਸਤੇ, ਸਾਨੂੰ ਲੋਕਾਂ ਨੂੰ ਬਚਾਉਣ ਵਾਸਤੇ। ਮੈਂ ਸਮਝਦਾ ਕਿ ਜੇ ਇਦਾਂ ਦੀ ਬੇਅਦਬੀ ਇਹ ਉੱਥੇ ਜਾ ਕੇ ਕਰਵਾਈ ਗਈ ਆ ਤੇ ਇਹਦਾ ਮੇਨ ਮੋਟੋ ਹੀ ਇਹੀ ਹੋ ਸਕਦਾ ਕਿ ਕਿਸਾਨ ਮੁੱਦੇ ਨੂੰ ਬਦਨਾਮ ਕੀਤਾ ਜਾਵੇ। ਦੂਸਰੀ ਗੱਲ, ਜੇ ਇਸ ਬੰਦੇ ਦਾ ਮਕਸਦ ਇਹ ਸੀਗਾ ਕਿ ਮੈਂ ਬੇਅਦਬੀ ਕਰਨੀ ਆ ਤੇ 2 ਘਰ ਛੱਡ ਕੇ ਤੇ ਗੁਰਦੁਆਰਾ ਸਾਹਿਬ ਇਹਦੇ ਘਰ ਦੇ ਬਾਹਰ ਸੀਗਾ ਜੀ। ਜੇ ਬੰਦੇ ਦਾ ਕੋਈ ਮਾਟੋ ਇਹ ਹੋਵੇ ਕਿ ਮੈਂ ਆਹ ਕੰਮ ਕਰਨਾ ਵਾ ਤੇ ਜਿਹਦੇ ਨਾਲ ਭੜਕਾਊ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਹੋਵੇ, ਲੋਕਾਂ ਦੇ ਵਿੱਚ ਗਲਤ ਮੈਸੇਜ ਆਵੇ ਤੇ ਫਿਰ ਉਹ ਬੰਦਾ ਇੱਥੇ ਵੀ ਇਹ ਕੰਮ ਕਰ ਸਕਦਾ ਸੀਗਾ। ਇਸ ਕਰਕੇ ਤੁਹਾਨੂੰ ਲੱਗਦਾ ਹੈ ਇਸ ਦੀ ਜਾਂਚ ਕੀਤੀ ਜਾਵੇ ਕਿ ਇਸ ਨੂੰ ਕੌਣ ਲੈ ਕੇ ਗਿਆ ਹੈ ਔਰ ਕਿਵੇਂ ਵਰਗ ਲਾਇਆ ਗਿਆ? ਬਿਲਕੁਲ ਜੀ, ਉਸ ਬੇਅਦਬੀ ਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ। ਬਿਲਕੁਲ ਮੈਂ ਕਹਿੰਦਾ ਮਾੜਾ ਹੋਇਆ, ਅਸੀਂ ਉਸ ਚੀਜ਼ ਤੇ ਬਿਲਕੁਲ ਕਿੰਤੂ ਪਰੰਤੂ ਨਹੀਂ ਕਰਦੇ। ਜੇ ਉਸ ਬੰਦੇ ਨੇ ਇਹ ਕੰਮ ਕੀਤਾ ਤੇ ਜੋ ਉਹਨੂੰ ਸਜ਼ਾ ਦਿੱਤੀ ਨਿਹੰਗ ਸਿੰਘਾਂ ਨੇ, ਠੀਕ ਹੈ, ਅਸੀਂ ਉਸ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਦੇ। ਪਰ ਇਹ ਮੰਗ ਜ਼ਰੂਰ ਕਰਦੇ ਆ ਕਿ ਉਹਨੂੰ ਚੀਮਾ ਕਲਾਂ ਦੇ ਵਿੱਚੋਂ ਕੌਣ ਲੈ ਕੇ ਗਿਆ, ਸਿੰਘੂ ਬਾਰਡਰ ਦੇ ਉਹ ਬੰਦਾ ਕਿਵੇਂ ਪਹੁੰਚਿਆ, ਉਹਨੂੰ ਕਸ਼ਹਿਰਾ ਸਾਹਿਬ ਕਿਸ ਬੰਦੇ ਵੱਲੋਂ ਪਵਾਇਆ ਗਿਆ, ਉਹਨੂੰ ਮਤਲਬ ਕਿਸ ਬੰਦੇ ਵੱਲੋਂ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਦੇ ਵਿੱਚ ਕਿਹੜੇ ਬੰਦਿਆਂ ਵੱਲੋਂ ਸ਼ਾਮਲ ਕੀਤਾ ਗਿਆ। ਇਸ ਚੀਜ਼ ਦੀ ਜਾਂਚ ਜਿਹੜੀ ਆ ਉਹ ਜ਼ਰੂਰ ਮੈਂ ਤੇ ਮੇਰੇ ਪਿੰਡ ਵਾਸੀ ਜ਼ਰੂਰ ਇਸ ਚੀਜ਼ ਦੀ ਜਾਂਚ ਮੰਗਦੇ ਆ। ਪਿੰਡ ਵਾਸੀਆਂ ਦਾ ਉੱਥੇ ਸਿੰਘੂ ਬਾਰਡਰ ਤੇ ਇਹੀ ਕਿਹਾ ਜਾ ਰਿਹਾ ਹੈ ਕਿ ਬੀਤੇ 3-4 ਦਿਨਾਂ ਤੋਂ ਇਹ ਨਿਹੰਗ ਸਿੰਘਾਂ ਦੇ ਕੋਲ ਹੀ ਰਹਿ ਰਿਹਾ ਸੀਗਾ, ਕਿਉਂਕਿ ਉੱਥੇ ਹੋ ਸਕਦਾ ਹੈ ਵੀ ਉੱਥੇ ਖਾਣ ਪੀਣ ਨੂੰ ਪ੍ਰਸ਼ਾਦਾ ਉੱਥੇ ਛਕਦਾ ਹੋਵੇ, ਉੱਥੇ ਬੈਠਦਾ ਸੌਂਦਾ ਹੋਵੇ। ਸੋ 3-4 ਦਿਨਾਂ ਦੇ ਵਿੱਚ ਹੀ ਉਸ ਬੰਦੇ ਵੱਲੋਂ ਇਹ ਜਿਹੜੀ ਕਾਰਵਾਈ ਕਿਹਾ ਜਾ ਰਿਹਾ ਵੀ ਅੰਜਾਮ ਦਿੱਤਾ ਜਾ ਰਿਹਾ, ਜਿਹੜੇ ਸਿੰਘੂ ਬਾਰਡਰ ਤੇ ਬੈਠੇ ਹੋਏ ਗਵਾਹ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ। ਸੋ ਸਮਾਂ ਜਿਹੜਾ ਦੱਸਿਆ ਜਾ ਰਿਹਾ ਸਵੇਰੇ 3-3:30 ਵਜੇ ਦਾ, ਜਦੋਂ ਸ਼੍ਰੀ ਗ੍ਰੰਥ ਸਾਹਿਬ ਸਰੂਪ ਕਹਿੰਦੇ ਲੈ ਕੇ ਜਾਇਆ ਗਿਆ। ਜੇ ਬੰਦਾ ਨਸ਼ੇ ਦਾ ਆਦੀ ਜਾਂ ਨਸ਼ੇ ਦੇ ਹਾਲਾਤ ਵਿੱਚ ਇਸ ਬੰਦੇ ਵੱਲੋਂ ਕੀਤਾ ਗਿਆ ਹੁੰਦਾ ਅਜਿਹਾ ਕੋਈ ਕੰਮ, ਤਾਂ ਫਿਰ ਉਹ ਹੋ ਸਕਦਾ ਦਿਨ ਦੇ ਸਮੇਂ ਵੀ ਕੀਤਾ ਜਾਂਦਾ, ਸਵੇਰੇ ਅਰਲੀ ਜਿਹੜਾ ਉਹ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਦੇਖੋ ਇਹੀ ਚੀਜ਼ ਤਾਂ ਸਭ ਤੋਂ ਜ਼ਿਆਦਾ ਮੈਮ ਨੋਟ ਕਰਨ ਵਾਲੀ ਆ ਕਿ ਜਿਹੜੇ ਬੰਦੇ ਨੂੰ ਸਾਡੇ ਪਿੰਡ ਦੇ ਵਿੱਚ ਕੋਈ ਦਿਹਾੜੀ ਨਹੀਂ ਸੀ ਲੈ ਕੇ ਜਾਂਦਾ, ਉਹ ਏਡੇ ਵੱਡੀਆਂ ਜਥੇਬੰਦੀਆਂ ਦੇ ਵਿੱਚ ਕਿਵੇਂ ਜਾ ਕੇ ਸ਼ਾਮਲ ਹੋ ਗਿਆ ਜੀ। ਨੈਕਸਟ ਪੁਆਇੰਟ ਜਿਹੜਾ ਵਾ ਉਹ ਬੜਾ ਸੋਚਣ ਤੇ ਸਮਝਣ ਵਾਲਾ, ਇਹ ਬੰਦਾ ਕਲੀਨ ਸ਼ੇਵ ਸੀਗਾ ਜੀ। ਇਹ ਬੰਦਾ ਬਿਲਕੁਲ ਕਲੀਨ ਸ਼ੇਵ ਸੀਗਾ ਤੇ ਆਪਾਂ ਸਾਰੇ ਜਾਣਦੇ ਆ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਪੂਰੇ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਰਹਿੰਦੀਆਂ ਨੇ, ਪ੍ਰੋਪਰ ਉਹ ਬਾਣਾ ਪਾਉਂਦੀਆਂ ਨੇ, ਪ੍ਰੋਪਰ ਉਹ ਮਹਾਰਾਜ ਦਾ ਪਾਠ ਜੋ ਵੀ ਮਰਿਆਦਾ ਦੇ ਵਿੱਚ ਰਹਿ ਕੇ ਜੋ ਕਰ ਸਕਦੇ ਉਹ ਬੰਦੇ ਕਰਦੇ ਨੇ। ਮੈਂ ਇਹ ਦਾੜਾ ਪ੍ਰਕਾਸ਼ ਹੁੰਦਾ ਹੈ, ਸਿਰ ਤੇ ਕੇਸ ਹੁੰਦੇ ਨੇ। ਬਿਲਕੁਲ ਇਹ ਬੰਦਾ ਕਲੀਨ ਸ਼ੇਵ ਸੀਗਾ ਜੀ। ਜੇ ਬੰਦਾ ਕਲੀਨ ਸ਼ੇਵ ਸੀਗਾ ਤੇ ਇਹ ਮਹਾਰਾਜ ਦੇ ਸਰੂਪ ਦੇ ਕੋਲ ਕਿਵੇਂ ਪਹੁੰਚ ਗਿਆ, ਇਹਨੂੰ ਕਿਹੜਾ ਬੰਦਾ ਚੀਮਾ ਕਲਾਂ ਤੋਂ ਲੈ ਕੇ ਗਿਆ, ਇਹ ਕਿਹੜੇ ਹਾਲਾਤਾਂ ਦੇ ਵਿੱਚ ਇਹਨੇ ਮਹਾਰਾਜ ਸਾਹਿਬ ਦੀ ਜਾ ਕੇ ਉੱਥੇ ਬੇਅਦਬੀ ਕੀਤੀ, ਇਹ ਇੱਕ ਜਾਂਚ ਦਾ ਵਿਸ਼ਾ ਵਾ ਜੋ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਜਾਂਚ ਦੀ ਮੰਗ ਪਿੰਡ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਡੈੱਡ ਬੋਡੀ ਜਿਹੜੀ ਉਹ ਅਜੇ ਤੱਕ ਲਿਆਂਦੀ ਨਹੀਂ ਗਈ, ਬੀਤੇ ਦਿਨ ਦੀ ਗੱਲ ਹੈ। ਡੈੱਡ ਬੋਡੀ ਦੇ ਲਈ ਤੁਸੀਂ ਪਿੰਡ ਵੱਲੋਂ ਜਾ ਰਹੇ ਹੋ ਜਾਂ ਨਹੀਂ, ਕਿਉਂਕਿ ਬੀਤੇ ਦਿਨ ਇਹ ਵੀ ਇੱਕ ਸਾਹਮਣੇ ਆ ਰਿਹਾ ਸੀਗਾ ਕਿ ਉਹਨਾਂ ਦੀ ਸਿਸਟਰ ਵੀ ਇਸ ਚੀਜ਼ ਨੂੰ ਕਬੂਲ ਨਹੀਂ ਰਹਿ ਕੇ ਉਹਨਾਂ ਦੀ ਜਿਹੜੀ ਬੋਡੀ ਆ ਉਹ ਪਿੰਡ ਲਿਆਂਦੀ ਜਾਵੇ। ਦੇਖੋ ਜੀ, ਜਿੱਥੋਂ ਤੱਕ ਇੱਕ ਇਨਸਾਨੀਅਤ ਦਾ ਮਸਲਾ, ਜਦੋਂ ਸਾਨੂੰ ਸਾਡੇ ਇਹ ਗੱਲ ਸਾਹਮਣੇ ਆਈ ਕਿ ਸਾਡੇ ਪਿੰਡ ਦੇ ਲੜਕੇ ਨੇ ਜਾ ਕੇ ਮਹਾਰਾਜ ਸਾਹਿਬ ਦੀ ਬੇਅਦਬੀ ਕੀਤੀ ਆ, ਉੱਥੇ ਸਾਡੇ ਮਨ 'ਚ ਬਹੁਤ ਗੁੱਸਾ ਸੀਗਾ, ਬਹੁਤ ਗੁੱਸਾ ਸੀ ਇਸ ਗੱਲ ਦਾ ਕਿ ਇਸ ਇਨਸਾਨ ਨੇ ਸਾਡੇ ਪਿੰਡ ਦਾ ਨਾਮ ਬਦਨਾਮ ਕੀਤਾ। ਸਾਡੇ ਪਿੰਡ ਵਾਸਤੇ ਇਹ ਬੜੀ ਸ਼ਰਮਨਾਕ ਗੱਲ ਸੀਗੀ, ਜਾਂ ਅਸੀਂ ਇਸ ਗੱਲ ਦਾ ਬੜੇ ਸ਼ਰਮਸਾਰ ਹੋਏ ਕਿ ਸਾਡੇ ਪਿੰਡ ਦਾ ਨਾਂ ਇਸ ਗੱਲ 'ਚ ਕਿਉਂ ਆਇਆ। ਹੁਣ ਦੂਸਰੀ ਗੱਲ, ਜਦੋਂ ਉੱਥੋਂ ਪੁਲਿਸ ਡਿਪਾਰਟਮੈਂਟ ਦੇ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਫੋਨ ਆਏ ਕਿ ਤੁਸੀਂ ਜੇ ਡੈੱਡ ਬੋਡੀ ਨਹੀਂ ਲੈ ਕੇ ਜਾਂਦੇ ਜਾਂ ਡੈੱਡ ਬੋਡੀ ਤੁਸੀਂ ਇੱਥੋਂ ਨਹੀਂ ਆਣ ਕੇ ਲੈ ਕੇ ਜਾਂਦੇ, ਤੇ ਫਿਰ ਸਾਡੇ ਕੋਲ ਕੋਟਾਂ ਕਚਹਿਰੀਆਂ ਦੇ ਹੋਰ ਬੜੇ ਚੱਕਰ ਨੇ, ਜਿਹਦੇ ਵਿੱਚ ਤੁਹਾਡੀ ਇਸ ਲੜਕੀ ਜਿਹੜੀ ਉਹਦੀ ਸਿਸਟਰ ਆ ਉਹਨੂੰ ਵੀ ਆਉਣਾ ਪਏਗਾ, ਇੱਥੇ ਉਹਦੀ ਜਿਹੜੀ ਵਾਈਫ ਆ ਉਹਨੂੰ ਵੀ ਉੱਥੇ ਪਹੁੰਚਣਾ ਪਏਗਾ, ਉਹ ਆਣ ਕੇ ਸਾਨੂੰ ਰਿਟਰਨ 'ਚ ਦੇ ਦੇਗਾ ਅਸੀਂ ਜਿਹੜੀ ਡੈੱਡ ਬੋਡੀ ਨਹੀਂ ਲੈਣੀ ਚਾਹੁੰਦੇ, ਤੇ ਫਿਰ ਉਸ ਅਗਲੀ ਕਾਰਵਾਈ ਜਿਹੜੀ ਕਾਨੂੰਨ ਆਪਣੇ ਅਨੁਸਾਰ ਆਪ ਦੇਖੂਗਾ। ਫਿਰ ਹੁਣ ਅਸੀਂ ਜਿਹੜੀ ਆ ਉਹ ਆਪਾਂ ਸਵੇਰੇ ਅਸੀਂ ਸਲਾਹ ਕੀਤੀ ਆ ਸਾਰਿਆਂ ਨੇ ਬੈਠ ਕੇ ਕਿ ਉਹ ਨਾ ਹੋਵੇ ਕਿ ਇਸ ਚੀਜ਼ ਤੋਂ ਅਸੀਂ ਤਾਂ ਜਾਣਾ ਨਹੀਂ ਚਾਹੁੰਦੇ ਜਾਂ ਅਸੀਂ ਤਾਂ ਕਹਿੰਦੇ ਕਿ ਨਹੀਂ ਇਸ ਬੰਦੇ ਦੀ ਅਸੀਂ ਡੈੱਡ ਬੋਡੀ ਨਹੀਂ ਲੈਣ ਜਾਣਾ ਚਾਹੁੰਦੇ, ਪਰ ਉਹ ਨਾ ਹੋਵੇ ਕਿ ਕਿਤੇ ਕਾਨੂੰਨੀ ਦਾਇਰੇ ਦੇ ਵਿੱਚ ਇਹ ਕੁੜੀ ਜਿਹੜੀ ਲੜਕੀ ਆ, ਉਸ ਲੜਕੇ ਦੀ ਸਿਸਟਰ ਆ, ਇਹਦੇ ਕੋਲ ਵਿਚਾਰੀ ਕੋਲ ਤੋਂ ਝਬਾਲ ਜਾਣ ਜੋਗਾ ਕਿਰਾਇਆ ਨਹੀਂ ਹੈਗਾ। ਇਹ ਇਹਨਾਂ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਸਾਰਾ ਦਿਨ ਸਵੇਰ ਤੋਂ ਸ਼ਾਮਾਂ ਤੱਕ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ ਦੇ ਚੱਕਰ ਹੀ ਲਾਉਂਦੀ ਰਹੇ। ਇਹਦੇ ਬਾਰੇ ਅਸੀਂ ਫੈਸਲਾ ਜਿਹੜਾ ਉਹ ਜਲਦੀ ਜਿਹੜਾ ਉਹ ਲੈ ਕੇ ਤੁਹਾਨੂੰ ਦੱਸ ਦੇਵਾਂਗੇ।
ਸੋ ਪਰਿਵਾਰਕ ਮੈਂਬਰ ਜਿਹੜੇ ਉਹ ਨਹੀਂ ਚਾਹੁੰਦੇ, ਪਿੰਡ ਵਾਸੀ ਨਹੀਂ ਚਾਹੁੰਦੇ, ਪਰੰਤੂ ਫਿਰ ਵੀ ਕਾਨੂੰਨ ਦੇ ਦਾਅਪੇਚ ਤੋਂ ਬਚਣ ਦੇ ਲਈ ਹੋ ਸਕਦਾ ਹੈ ਕਿ ਡੈੱਡ ਬਾਡੀ ਨੂੰ ਪਿੰਡ ਜਿਹੜਾ ਉਹ ਲਿਆਂਦਾ ਜਾਵੇ। ਸੋ ਜਾਂਚ ਕਰਨ ਦਾ ਵਿਸ਼ਾ ਜਿਹੜਾ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਸ ਨੂੰ ਪਿੰਡ ਤੋਂ ਲੈ ਕੇ ਕੌਣ ਗਿਆ ਆ, ਕਿਸ ਵੱਲੋਂ ਉਸ ਨੂੰ ਵਰਗਲਾਇਆ ਗਿਆ ਆ ਔਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ, ਇਹ ਪੁਲਿਸ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ। ਇਹ ਪਿੰਡ ਦੀ ਪੁਰਜ਼ੋਰ ਮੰਗ ਹੈ ਇਸ ਸਮੇਂ, ਕਿਉਂਕਿ ਜੇਕਰ ਬੇਅਦਬੀ ਦੀ ਘਟਨਾ ਦੀ ਮਨਸ਼ਾ ਦੇ ਨਾਲ ਜਿਹੜਾ ਉਹ ਬੰਦਾ ਉੱਥੇ ਪਹੁੰਚਿਆ ਸੀਗਾ ਲਖਬੀਰ ਸਿੰਘ, ਤਾਂ ਇਸ ਵਿੱਚ ਪਿੰਡ ਦੇ ਲਈ ਬੜੀ ਵੱਡੀ ਨਮੋਸ਼ੀ ਦੀ ਗੱਲ ਹੈ। ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਪਿੰਡ ਦੇ ਵਿੱਚ ਉਹਦੇ ਹਾਲਾਤ ਬੜੇ ਮਾੜੇ ਨੇ, ਚੋਰੀ ਕਰਦਾ ਸੀਗਾ ਉਹ ਬੰਦਾ ਨਸ਼ੇੜੀ ਸੀਗਾ। ਉਹਨਾਂ ਦੀ ਵਾਈਫ ਕਿੰਨਾ ਕੁ ਸਮਾਂ ਪਹਿਲਾਂ ਛੱਡ ਕੇ ਗਏ ਸੀ ਉਹਨਾਂ ਨੂੰ? ਇਹ ਮੋਸਟਲੀ 5 ਸਾਲ ਹੋ ਗਏ ਜੀ ਇਹ ਛੱਡ ਕੇ ਗਏ ਨੂੰ ਇਹਨਾਂ ਨੂੰ। ਆਪਣੇ ਪਿੰਡ ਉਹ ਆਪਣੇ ਪੇਕੇ ਘਰ ਰਹਿ ਰਹੇ ਨੇ ਇਸ ਵੇਲੇ। ਤੇ ਇਹ ਦੋਨੋਂ ਭੈਣ ਭਰਾ, ਜਿਹੜੀ ਇਹਦੀ ਸਿਸਟਰ ਆ ਉਹ ਵੀ ਮਤਲਬ ਇੱਥੇ ਹੀ, ਉਹਦਾ ਕੋਈ ਡਿਸਪਿਊਟ ਸੀਗਾ ਤੇ ਉਹ ਵਾਪਸ ਇੱਥੇ ਸਾਡੇ ਪਿੰਡ ਹੀ ਆਣ ਕੇ ਰਹਿ ਰਹੀ ਆ। ਉਹਦੀ ਵੀ ਛੋਟੀ ਜੀ ਬੇਟੀ ਆ, ਮਤਲਬ ਜਿਹੜੀ ਇਸੇ 5ਵੀਂ ਕਲਾਸ 'ਚ ਸਾਡੇ ਪਿੰਡ ਹੀ ਸਰਕਾਰੀ ਸਕੂਲ 'ਚ ਪੜ੍ਹਦੀ ਆ। ਇਹ ਦੋਨੋਂ ਭੈਣ ਭਰਾ ਆਪਣੇ ਘਰ ਦੇ ਵਿੱਚ ਰਹਿੰਦੇ ਸੀਗੇ। ਦੋਨੇ ਭੈਣ ਭਰਾ ਰਹਿੰਦੇ ਸੀ ਔਰ ਕਮਾਈ ਦਾ ਸਾਧਨ ਇਹ ਭੈਣ ਵੀ ਖੁਦ ਆਪਣਾ ਕਰਦੀ ਸੀ ਔਰ ਭਰਾ ਵੀ? ਬਿਲਕੁਲ ਜੀ, ਜਿਹੜੀ ਇਹਦੀ ਭੈਣ ਹੈ ਉਹ ਤੇ ਮਤਲਬ ਲੋਕਾਂ ਦੇ ਘਰਾਂ 'ਚ ਵਿਚਾਰੀ ਸਫਾਈ ਕਰਕੇ ਜਾਂ ਲੋਕਾਂ ਦਾ ਘਰਾਂ ਦਾ ਕੰਮ ਕਰਕੇ ਤੋਂ ਆਪਣਾ ਜਿਹੜਾ ਵਾ ਆਪਣੀ ਬੱਚੀ ਨੂੰ ਤੇ ਔਰ ਆਪਣਾ ਜਿਹੜਾ ਉਹ ਪੇਟ ਪਾਲ ਰਹੀ ਆ। ਪਲੱਸ ਉਹ ਇਹ ਵੀ ਮਤਲਬ ਕਿਸੇ ਨੇ 10 ਰੁਪਏ ਕਿਸੇ ਕੋ ਕੰਮ ਦੇ ਲੈ ਲਏ, ਕਿਸੇ ਕੋ 20 ਲੈ ਲਏ, ਕਿਸੇ ਕੋ 50 ਲੈ ਲਏ। ਮਤਲਬ ਇਹ ਪੱਕਾ ਕੋਈ ਪਰਮਾਨੈਂਟ ਕੋਈ ਕੰਮ ਨਹੀਂ ਸੀ ਕਰਦਾ ਬੰਦਾ। ਵੀ ਨੈਸ਼ਨਲ ਮੀਡੀਆ ਇੱਕ ਸਿਨੈਰੀਓ ਬਣਾ ਰਿਹਾ ਹੈ ਕਿ ਉਹ ਜਿਹੜਾ ਪਛੜੇ ਹੋਏ ਵਰਗ ਦੇ ਨਾਲ ਸੰਬੰਧਿਤ ਹੈਗਾ ਆ ਤੇ ਇਸ ਲਈ ਉਸ ਨੂੰ ਮਾਰ ਦਿੱਤਾ ਗਿਆ। ਕੀ ਲੱਗਦਾ ਹੈ ਕਿ ਇਵੇਂ ਦਾ ਕੋਈ ਕੰਮ ਹੋ ਸਕਦਾ ਹੈ ਕਿ ਉਸ ਨੂੰ ਪਛੜੇ ਵਰਗ, ਕਿਉਂਕਿ ਉਹਦਾ ਜਿਹੜਾ ਨਾਮ ਸਿੱਧਾ ਸਿੱਧਾ ਉਹ ਬੇਅਦਬੀ ਦੇ ਮੁੱਦੇ ਨਾਲ ਜੋੜ ਰਿਹਾ, ਪਰੰਤੂ ਉਸ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ ਕਿ ਪਛੜੇ ਵਰਗ ਦੇ ਇਨਸਾਨ ਨੂੰ ਮਾਰ ਦਿੱਤਾ ਗਿਆ। ਦੇਖੋ ਜੀ, ਮੈਂ ਇੱਕ ਸਵਾਲ ਪੁੱਛਣਾ ਚਾਹਣਾ, ਚਾਹੇ ਉਹ ਮਤਲਬ ਕੋਈ ਵੀ ਜਾਤ ਧਰਮ ਦਾ ਬੰਦਾ ਹੋਵੇ, ਕਿ ਕੀ ਗੱਲ ਤੁਸੀਂ ਇਹ ਕਹਿੰਦੇ ਹੋ ਕਿ ਐਸੀ ਭਾਈਚਾਰਾ ਇਹ ਬੰਦੇ ਨਹੀਂ ਹੁੰਦੇ? ਇਹ ਵੀ ਤਾਂ ਸਾਡੇ ਹੀ ਭਰਾ ਨੇ। ਇਹ ਸਾਡਾ 9 ਮਾਸ ਦਾ ਰਿਸ਼ਤਾ ਵਾ। ਸਾਡੇ ਇਹਨਾਂ ਪਿੰਡਾਂ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ। ਇਹ ਗੱਲਾਂ ਮੈਨੂੰ ਨਹੀਂ ਪਤਾ ਕਿ ਇਹਦੇ ਵੱਲੋਂ ਬਣਾਈਆਂ ਗਈਆਂ ਜਾਂ ਕਿੰਨੇ ਬਣਾਈਆਂ ਨੇ। ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ, ਪਰ ਸਾਡੀ ਇਦਾਂ ਦੀ ਭਾਈਚਾਰਕ ਸਾਂਝ ਹੈ ਇਸ ਬੈਲਟ ਦੇ ਵਿੱਚ, ਬਾਰਡਰ ਏਰੀਆ ਦੇ ਵਿੱਚ, ਸਾਡੇ ਹਲਕਾ ਤਰਨਤਾਰਨ ਦੇ ਵਿੱਚ, ਖਾਸ ਕਰਕੇ ਮੇਰੇ ਪਿੰਡ ਦੇ ਵਿੱਚ ਚੀਮਾ ਕਲਾਂ ਦੇ ਵਿੱਚ, ਕਿ ਅਸੀਂ ਤਾਂ ਸਾਡਾ ਇਦਾਂ ਦਾ 9 ਮਾਸ ਦਾ ਰਿਸ਼ਤਾ। ਅਸੀਂ ਤਾਂ ਇੱਕ ਦੂਜੇ ਦੇ ਘਰਾਂ 'ਚ ਰੋਟੀਆਂ ਖਾਂਦੇ ਆ, ਇੱਕ ਦੂਜੇ ਦੇ ਘਰਾਂ 'ਚ ਸੌਂਦੇ ਆ, ਇੱਕ ਦੂਜੇ ਦੇ ਘਰਾਂ 'ਚ ਬਹਿੰਦੇ ਆ। ਸਾਡੀ ਤਾਂ ਇਦਾਂ ਦੀ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ ਅਸੀਂ ਬੜੀਆਂ ਖੁਸ਼ੀਆਂ ਖੇੜਿਆਂ ਨਾਲ ਆਪਣੇ ਪ੍ਰੋਗਰਾਮ ਕਰਦੇ ਆ। ਸਾਡੇ ਇਸੇ ਕੋਈ ਧਰਮ ਜਾਤ ਦਾ ਕੋਈ ਮਸਲਾ ਨਹੀਂ ਹੈਗਾ। ਨਹੀਂ, ਇਹ ਪਿੰਡ ਦੀ ਗੱਲ ਨਹੀਂ ਹੈ, ਇਹ ਸਿੰਘੂ ਬਾਰਡਰ ਦੇ ਨਾਲ ਜੋੜਿਆ ਹੋਇਆ ਮਸਲਾ ਹੈ ਕਿ ਸਿੰਘੂ ਬਾਰਡਰ ਦੇ ਉੱਪਰ ਸ਼ਾਇਦ ਉਹਨਾਂ ਨੂੰ ਇਸ ਲਈ ਮਾਰ ਦਿੱਤਾ ਗਿਆ। ਨਹੀਂ, ਮੈਂ ਵੇਖੋ, ਮੈਨੂੰ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ, ਕਿਉਂਕਿ ਇਹ ਤਾਂ ਹੁਣ ਆਪੋ ਆਪਣੀ ਸੋਚ ਆ। ਮੇਰੀ ਸੋਚ ਇਹ ਆ ਕਿ ਸਾਡੀ ਭਾਈਚਾਰਕ ਸਾਂਝ ਆ, ਚਾਹੇ ਉਹ ਕਿਸੇ ਧਰਮ ਨਾਲ ਸੰਬੰਧ ਬੰਦਾ ਰੱਖਦਾ ਹੋਵੇ। ਅਸੀਂ ਸਾਰੇ ਧਰਮਾਂ ਦਾ, ਸਾਡਾ ਮੈਂ ਜਾਂ ਮੇਰਾ ਪਿੰਡ ਸਤਿਕਾਰ ਕਰਦਾ। ਸਿੰਘੂ ਬਾਰਡਰ ਤੇ ਕੀ ਕੋਈ ਕਹਿ ਰਿਹਾ, ਇਹ ਤੇ ਅਗਲੇ ਦੇ ਨਿੱਜੀ ਵਿਚਾਰ ਹੋ ਸਕਦੇ ਜੀ। ਮੈਂ ਉਹਨਾਂ ਨਾਲ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ। ਬਿਲਕੁਲ ਜੀ, ਜਿਹੜਾ ਸਿਨੈਰੀਓ ਬਣਾਇਆ ਜਾ ਰਿਹਾ ਸੀਗਾ ਮੀਡੀਆ ਦੇ ਵੱਲੋਂ, ਨੈਸ਼ਨਲ ਮੀਡੀਆ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਸ਼ਾਇਦ ਉਹ ਐਸਸੀ ਕੋਟੇ ਦੇ ਨਾਲ, ਭਾਈਚਾਰੇ ਦੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਨਾਲ ਅਜਿਹਾ ਹੋਇਆ, ਪਰੰਤੂ ਗੱਲ ਜਿਹੜੀ ਆ ਉਹ ਵਿਚਲੀ ਹੋਰ ਹੈ। ਉਸ ਨੂੰ ਅਜੇ ਤੱਕ ਦੱਸਿਆ ਨਹੀਂ ਜਾ ਰਿਹਾ, ਸਹੀ ਤਰੀਕੇ ਦੇ ਨਾਲ ਬਿਆਨ ਨਹੀਂ ਕੀਤਾ ਜਾ ਰਿਹਾ ਕਿ ਉਹ ਮਸਲਾ ਬੇਅਦਬੀਆਂ ਦੇ ਨਾਲ ਜੁੜਿਆ ਹੋਇਆ ਹੈ, ਜਿਹਦੇ ਲਈ ਪੰਜਾਬ ਦੇ ਲੋਕ ਬੜਾ ਸਮਾਂ ਜਿਹੜਾ ਹੈ ਧਰਨਾ ਲਾ ਕੇ ਬੈਠੇ ਰਹੇ ਨੇ ਔਰ ਉਸ ਮਸਲੇ ਨੂੰ ਅਜੇ ਤੱਕ ਕਿਤੇ ਸੁਲਝਾਇਆ ਨਹੀਂ ਗਿਆ ਔਰ ਲੋਕਾਂ ਦਾ ਰੋਸ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਪਰ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਸ ਮਸਲੇ ਨੂੰ ਪਹਿਲਾਂ ਹੀ ਸੁਲਝਾ ਲਿਆ ਜਾਂਦਾ। ਤੁਸੀਂ ਦੇਖ ਰਹੇ ਹੋ KTV UK, ਕੈਮਰਾ ਪਰਸਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।